ਅਸੀਂ ਜ਼ਬਾਨ ਦੇ ਨਾਲ ਵਾਹਿਗੁਰੂ ਨੂੰ ਯਾਦ ਕਰ ਲੈਂਦੇ ਹਾਂ, ਚਿੱਤ 'ਚ ਨਹੀਂ ਵਸਿਆ ਜੀ। ਸਵਾਸ ਦੇ ਨਾਲ ਨਾਮ ਜਪਦੇ ਹਾਂ, ਚਿੱਤ ਵਿੱਚ ਨਹੀਂ ਵਸਿਆ। ਕਹਿੰਦੇ ਜੇ ਚਿੱਤ 'ਚ ਨਹੀਂ ਵਸਿਆ ਤਾਂ ਵਿਸ਼ਟਾ ਦੇ ਕੀੜੇ ਵਰਗਾ ਹਾਲ ਹੋਇਆ ਕਰਦਾ, ਕੁਰਬਲ ਕੁਰਬਲ ਕਰਦਾ ਫਿਰਦਾ ਸੰਸਾਰ, ਹਾਏ ਹਾਏ ਹੋ ਰਹੀ ਹੈ ਚਾਰੇ ਪਾਸੇ। ਕੋਈ ਸੁਖੀ ਮਹਾਰਾਜ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਸਾਰੀ। ਨਾਮ ਨੂੰ ਭੁੱਲ ਕੇ ਸੰਸਾਰ ਸੁੱਖ ਚਾਹੁੰਦਾ। ਕਹਿੰਦੇ ਐਡਾ ਜੂਏਬਾਜ਼ ਕਿ ਇਹਨੂੰ ਪਤਾ ਹੀ ਨਹੀਂ, ਦੌ ਗਲਤ ਦੌ ਦੇ ਉੱਤੇ ਦੌ ਲਾਈ ਜਾਂਦਾ, ਨਾਮ ਵੱਲ ਨਹੀਂ ਆਉਂਦਾ। ਫਿਰ ਦੂਸਰੇ ਪਾਸੇ ਮਹਾਰਾਜ ਕਹਿੰਦੇ ਵੀ ਜੇ ਇਹ ਚੀਜ਼ਾਂ ਦੀ ਨਾਮ ਪ੍ਰਾਪਤੀ ਹੋਵੇ, ਚੰਗੀ ਕੋਠੀ ਕੋਲ ਨਾ ਹੋਵੇ, ਚੰਗੀ ਸਵਾਰੀ ਨਾ ਹੋਵੇ, ਚੰਗੇ ਚਾਰ ਬੰਦਿਆਂ 'ਚ ਇੱਜ਼ਤ ਨਾ ਹੋਵੇ, ਕੋਈ ਜਾਇਦਾਦ ਨਾ ਹੋਵੇ, ਫੇਰ ਆਦਮੀ ਦਾ ਮਨ ਕਿਹੋ ਜਿਹਾ ਹੁੰਦਾ। ਮਹਾਰਾਜ ਕਹਿੰਦੇ ਜੇ ਬੰਦਗੀ ਵਾਲਾ ਹੈ ਤਾਂ ਉਹਦਾ ਮਨ ਪਰਮ ਸ਼ਾਂਤ ਹੋਇਆ ਕਰਦਾ, ਸਭ ਹਾਲਾਤ ਦੇ ਵਿੱਚ ਰਹਿੰਦੇ ਹੋਏ। ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪਰਮੰਨਾ, ਮਿੱਤਰ ਨਾ ਇਠ ਤਨ ਰੂਪਹੀਣ, ਕੋਈ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜੇ ਨਾਮ ਦੇ ਵਿੱਚ ਮਨ ਭਿੱਜਿਆ ਹੋਇਆ ਹੈ ਤਾਂ ਕਹਿੰਦੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਭਾਈ। ਜਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਸੋ ਇਸ ਕਰਕੇ ਸੁੱਖ ਨੂੰ ਸੰਸਾਰ ਚਾਹੁੰਦਾ ਹੈ, ਪਰ ਸੁੱਖ ਨਾਮ ਦੀ ਪ੍ਰਾਪਤੀ ਤੋਂ ਬਗੈਰ ਨਹੀਂ ਹੋਇਆ ਕਰਦਾ। ਸੋ ਪਿਛਲਾ ਕਈ ਦੀਵਾਨਾਂ ਚੋਂ ਇਹ ਵਿਚਾਰ ਕਰ ਰਹੇ ਸੀ ਕਿ ਆਦਮੀ ਨਾਮ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਕਿਸ ਤਰ੍ਹਾਂ ਉਸ ਅਵਸਥਾ ਨੂੰ ਪਹੁੰਚ ਸਕਦਾ ਹੈ ਜਿੱਥੇ ਗੁਰੂ ਮਹਾਰਾਜ ਵਾਰ-ਵਾਰ ਸਾਨੂੰ ਪਹੁੰਚਾਉਣ ਦਾ ਇਸ਼ਾਰਾ ਕਰਦੇ ਨੇ। ਸਾਰਾ ਸੰਸਾਰ ਨਾਮ ਜਪਦਾ ਹੈ, ਰਾਮ ਰਾਮ ਸਭ ਕੋ ਕਹੇ, ਕਹਿ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੇ ਕੋਈ। ਕਹਿੰਦੇ ਜਿੰਨੀ ਦੇਰ ਤੱਕ ਚਿੱਤ 'ਚ ਨਹੀਂ ਵਸਦਾ, ਮਨ 'ਚ ਨਹੀਂ ਵਸਦਾ, ਉਹਨਾਂ ਚਿਰ ਸਾਰਾ ਸੰਸਾਰ ਕਹੀ ਜਾਂਦਾ, ਕਹੇ ਨਾਲ ਤਾਂ ਗੱਲ ਬਣਦੀ ਨਹੀਂ ਹੈ। ਜ਼ਰੂਰ ਇਸ ਗੱਲ ਵਿੱਚ ਭੇਤ ਆ ਗਿਆ ਕੋਈ, ਜਿਹੜਾ ਸਮਝਣ ਦੀ ਲੋੜ ਹੈ। ਇਸ਼ਾਰਾ ਹੈ ਕੋਈ ਮਹਾਰਾਜ ਦਾ ਬਹੁਤ ਗਹਿਰਾ, ਜਿਸ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਵੀ ਨਾਮ ਸੱਚ ਜਪਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਨਿਤਨੇਮ ਕਰਦੇ ਹਾਂ, ਪਰ ਇਹ ਸਭ ਕੁਝ ਕਰਦੇ ਹੋਏ ਫੇਰ ਕੀ ਵਜ੍ਹਾ ਹੈ? ਸਾਡੇ ਅੰਦਰ ਉਹੀ ਚੀਜ਼ਾਂ ਨੇ, ਉਹੀ ਗੁੱਸਾ ਹੈ, ਉਹੀ ਨਿੰਦਿਆ ਹੈ, ਉਹੀ ਨਫ਼ਰਤ ਹੈ, ਉਹੀ ਬੇਰਸੀ ਹੈ, ਰਸ ਵਿੱਚ ਅਸੀਂ ਆਉਂਦੇ ਨਹੀਂ ਹਾਂ, ਉਹੀ ਫਰਸਟ੍ਰੇਸ਼ਨ ਹੈ, ਉਸੇ ਤਰ੍ਹਾਂ ਮਨ ਦੇ ਅੰਦਰ ਭਾਵ ਚੱਲਦੇ ਨੇ। ਵਜ੍ਹਾ ਕੀ ਹੈ? ਫਿਰ ਨਾਮ ਵਿੱਚ ਅਸਰ ਨਹੀਂ ਹੈ ਕੋਈ, ਜਾਂ ਸਾਡੀ ਅਪਰੋਚ 'ਚ ਕੋਈ ਫਰਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਸਾਧ ਸਿੰਘ ਜੀ, ਕੇਵਲ ਇੱਕੋ ਇੱਕ ਸਾਰੇ ਸੰਸਾਰ ਦੇ ਧਾਰਮਿਕ ਇਤਿਹਾਸ ਦੇ ਅੰਦਰ ਇੱਕੋ ਇੱਕ ਚੀਜ਼ ਹੈ ਜਿਸ ਨੂੰ ਮੌਲਿਕ ਕਿਹਾ ਜਾ ਸਕਦਾ ਹੈ, ਜੋ ਓਰੀਜਨੈਲਿਟੀ ਦੇ ਵਿੱਚ ਪੂਰੀ ਤਰ੍ਹਾਂ ਕਾਇਮ ਹੈ, ਜਿਹਦੀ ਅਥੈਂਟਿਸਿਟੀ ਪੂਰੀ ਤਰ੍ਹਾਂ ਮੰਨੀ ਜਾਂਦੀ ਹੈ। ਬਾਕੀਆਂ ਦੀ ਕੀ ਗੜਬੜ ਹੈ? ਬਾਕੀਆਂ ਦਾ ਇਹ ਹੈ ਕਿ ਜਿੰਨੇ ਧਰਮ ਗ੍ਰੰਥ ਨੇ ਉਹ ਜਿਨ੍ਹਾਂ ਨੇ ਉਚਾਰਨ ਕਰੇ ਨੇ ਉਹਨਾਂ ਨੇ ਲਿਖੇ ਨਹੀਂ ਹੈਗੇ, ਲਿਖਣ ਵਾਲੇ ਬਾਅਦ 'ਚ ਆਏ ਆ। ਬਾਈਬਲ ਈਸਾ ਜੀ ਦੇ ਵਚਨ ਨੇ, ਬੜੀ ਦੇਰ ਤੋਂ ਬਾਅਦ ਇਹ ਲਿਖਤੀ ਵਜੂਦ ਵਿੱਚ ਆਈ, ਉਨੀ ਦੇਰ ਤੱਕ ਇਹ ਯਾਦ ਉੱਤੇ ਕਾਇਮ ਰਹੀ। ਯਾਦ ਦਾ ਕੋਈ ਭਰੋਸਾ ਨਹੀਂ ਹੋਇਆ ਕਰਦਾ, ਯਾਦ ਆਦਮੀ ਦੀ ਬਦਲ ਜਾਇਆ ਕਰਦੀ। ਅੱਜ ਯਾਦ ਹੈ, ਕੱਲ੍ਹ ਨੂੰ ਅਸੀਂ ਹੈਰਾਨ ਹੁੰਦੇ ਹਾਂ ਵੀ ਇਹ ਬੰਦੇ ਦਾ ਮੈਨੂੰ ਨਾਂ ਨਹੀਂ ਆਉਂਦਾ, ਦੇਖਿਆ ਮੈਂ ਕਿੰਨੀ ਕੁ ਯਾਦਦਾਸ਼ਤ ਹੈ ਸਾਡੀ। ਰੋਜ਼ 2-4 ਹਜ਼ਾਰ ਬੰਦਿਆਂ ਨਾਲ ਵਾਹ ਪੈਂਦਾ ਹੋਵੇ, ਕਿੰਨੀ ਕੁ ਯਾਦਦਾਸ਼ਤ ਅਸੀਂ ਰੱਖ ਲਾਂਗੇ। ਸੋ ਯਾਦਦਾਸ਼ਤ ਤੋਂ ਲਿਖਿਆ ਗਿਆ। ਜੇ ਗੀਤਾ ਜੀ ਉਚਾਰੀ ਗਈ ਹੈ ਤਾਂ ਉਹ ਕਨਵੇ ਕੀਤੀ ਗਈ ਹੈ, ਜਿਹਨੂੰ ਬਾਅਦ ਵਿੱਚ ਜਾ ਕੇ ਵਿਆਸ ਜੀ ਨੇ ਲਿਖਤੀ ਸ਼ਕਲ ਲਿਆਂਦੀ। ਵੇਦ ਰਿਸ਼ੀਆਂ ਮੁਨੀਆਂ ਦੇ ਅਨੁਭਵ 'ਚੋਂ ਆਏ, ਬਹੁਤ ਦੇਰ ਤੋਂ ਬਾਅਦ ਯਾਦਦਾਸ਼ਤ ਦੇ ਬਲ ਦੇ ਉੱਤੇ ਲਿਖੇ ਗਏ। ਕੁਰਾਨ ਸ਼ਰੀਫ ਮੁਹੰਮਦ ਸਾਹਿਬ ਬੋਲਦੇ ਗਏ, ਲੇਕਿਨ ਬਾਅਦ ਵਿੱਚ ਜਾ ਕੇ ਇਹਨੂੰ ਸਾਰੇ ਨੂੰ ਲਿਖਿਆ ਪੜ੍ਹਿਆ ਗਿਆ ਤੇ ਬਹੁਤ ਸਾਰੇ ਐਸੀਆਂ ਆਇਤਾਂ ਸੀ ਜਿਹੜੀਆਂ ਕੱਟਣੀਆਂ ਪਈਆਂ ਨੇ, ਵਿੱਚ ਗਿਣੀਆਂ ਨਹੀਂ ਹੈ। ਇਹ ਕੇਵਲ ਗੁਰਬਾਣੀ ਹੈ ਜੋ ਲਿਖਤੀ ਰੂਪ 'ਚ ਚਲੀ ਆ ਰਹੀ ਸੀ। ਬਾਬਾ ਮੋਹਨ ਜੀ ਪਾਸ ਪੋਥੀਆਂ ਸਨ, ਗੁਰੂ ਮਹਾਰਾਜ ਜੀ ਨੇ, ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰੂਪ ਦਿੱਤਾ ਲਿਖਤੀ। ਗੁਰੂ ਗ੍ਰੰਥ ਸਾਹਿਬ ਦੀ ਜੋ ਸਾਡੇ ਸਾਹਮਣੇ ਪ੍ਰਕਾਸ਼ ਹੈ,
ਇਹ ਉਹਨਾਂ ਦੀ ਕਿਰਪਾ ਹੈ। ਇਸ ਤੋਂ ਬਾਅਦ ਦੂਜੀ ਵਾਰੀ ਟੈਸਟ ਹੋਇਆ ਕਿ ਕੀ ਗੁਰੂ ਸਮਰੱਥ ਗੁਰੂ ਜੋ ਹੈ ਉਹਦਾ ਕਨੈਕਸ਼ਨ ਦਰਗਾਹ ਦੇ ਵਿੱਚ ਹੈ, ਕਿਉਂਕਿ ਇਹ ਬਾਣੀ ਸਾਰੀ ਰਿਲੇ ਹੋਈ ਹੈ, ਆਪਣੀ ਵਿਚਾਰੀ ਹੋਈ ਨਹੀਂ। ਹੁਣ ਆਪੋਂ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀ। ਅੰਦਰੋਂ ਚੀਜ਼ ਆਉਂਦੀ ਸੀ, ਉਹ ਲਿਖਤੀ ਰੂਪ ਵਿੱਚ ਆਈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦਮਦਮਾ ਸਾਹਿਬ ਵਿੱਚ ਇਹ ਕਿਹਾ ਕਿ ਭਾਈ ਹੁਣ ਸਾਨੂੰ ਕੁਝ ਫੁਰਸਤ ਹੈ, ਤੁਹਾਡੇ ਨਾਲ ਅਸੀਂ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅਰਥ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ, ਜਾਓ ਧੀਰਮਲ ਤੋਂ ਵੀਰ ਲੈ ਕੇ ਆਓ, ਨਾਲੇ ਉਤਾਰੇ ਕਰ ਲਾਂਗੇ, ਨਾਲ ਦੀ ਨਾਲ ਅਰਥ ਕਰੀ ਜਾਵਾਂਗੇ। ਉਸ ਵੇਲੇ ਉਸਨੇ ਜਵਾਬ ਦੇ ਕੇ ਤਰਕ ਮਾਰੀ, ਕਹਿਣ ਲੱਗਿਆ ਜੇ ਸੱਚਮੁੱਚ ਗੁਰੂ ਨਾਨਕ ਦਾ ਰੂਪ ਹੈ ਤਾਂ ਫਿਰ ਇਹਨਾਂ ਨੂੰ ਕੀ ਔਖੀ ਆਪਣੇ ਅਨੁਭਵ ਤੋਂ ਬਾਣੀ ਉਚਾਰਨ ਕਰ ਲੈ। ਉਸ ਵੇਲੇ ਮਹਾਰਾਜ ਨੇ, ਕਿਉਂਕਿ ਬਹੁਤ ਸਾਰੇ ਯੁੱਧ ਹੋ ਚੁੱਕੇ ਸੀ ਤੇ ਆਖਰੀ ਯੁੱਧ ਦੇ ਅੰਦਰ ਅਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਛੋਟੇ ਸਾਹਿਬਜ਼ਾਦਿਆਂ ਨੂੰ ਨਿਆਂ ਚਿਣਿਆ ਗਿਆ ਤੇ ਉਸ ਵੇਲੇ ਇਕੱਲੇ ਦੋ ਸਿੰਘ ਨਾਲ ਨੇ ਤਾਂ ਆਪ ਮਾਲਵੇ ਵਿੱਚ ਪਹੁੰਚਦੇ ਨੇ। ਬਹੁਤ ਸਾਰੀ ਸੰਗਤ ਪਿਛਲੀ ਸੀ, ਬਹੁਤ ਸਾਰੀ ਨਵੀਂ ਸੀ। ਕਿੰਨਿਆਂ ਦੇ ਮਨਾਂ 'ਚ ਇਹ ਸ਼ੰਕੇ ਗੁਜ਼ਰਦੇ ਸੀ ਵੀ ਗੁਰੂ ਮਹਾਰਾਜ ਨੇ ਸ਼ਕਤੀ ਕਿਉਂ ਨਾ ਵਰਤੀ। ਜਦੋਂ ਇਹ ਸਮਰੱਥ ਨੇ ਤਾਂ ਇਹ ਸ਼ਕਤੀ ਵਰਤ ਲੈਂਦੇ, ਤਾਂ ਇਹ ਸਾਰੇ ਸ਼ੰਕਿਆਂ ਦਾ ਉੱਤਰ ਦੇਣ ਵਾਸਤੇ ਜ਼ਰੂਰੀ ਸੀਗਾ। ਸੋ ਮਹਾਰਾਜ ਕਹਿਣ ਲੱਗੇ ਭਾਈ ਤੰਬੂ ਲਾ ਲਓ ਤੇ ਭਾਈ ਮਨੀ ਸਿੰਘ ਲਿਖਿਆ ਕਰਨਗੇ। 14 ਸਾਲ ਦੀ ਉਮਰ ਸੀ ਉਹਨਾਂ ਦੀ। ਸੱਚੇ ਪਾਤਸ਼ਾਹ ਮੈਂ 14 ਸਾਲ ਦਾ ਬੱਚਾ, ਮੈਨੂੰ ਕੀ ਪਤਾ ਹੈ ਬਾਣੀ ਦੇ ਅਨੁਭਵ ਦਾ, ਇਹਦੇ ਵਿੱਚ ਕਿਵੇਂ ਔਂਕੜ ਲੱਗਦੇ ਨੇ, ਕਿਵੇਂ ਸਿਆਰੀਆਂ, ਕਿਵੇਂ ਬਿਹਾਰੀਆਂ, ਕਿਵੇਂ ਲਾਵਾਂ, ਕਿਵੇਂ ਦਲਾਈਆਂ। ਪਾਤਸ਼ਾਹ ਮੈਨੂੰ ਵਿਆਹ ਕਰਨ ਦੀ ਸੋਝੀ ਨਹੀਂ ਹੈ, ਮੈਨੂੰ ਗੁਰਬਾਣੀ ਦੀ ਗੂੜ ਭਾਵ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਭਾਈ ਮਨੀ ਸਿਆ ਕਲਮ ਰੱਖੀ ਜਾਈ, ਅਕਾਲ ਪੁਰਖ ਨੇ ਚਲਾਉਣੀ ਹੈ। ਸਮਾਧੀ ਸਥਿਤ ਹੋ ਕੇ ਬਹਿ ਜਾਂਦੇ ਸੀ ਤੇ ਆਪ ਕੋਈ ਤਕਰੀਬਨ 2.25 ਪੱਤਰੇ ਰੋਜ਼ ਉਚਾਰਿਆ ਕਰਦੇ ਸੀ ਤੇ ਰੋਜ਼ ਦੀ ਰੋਜ਼ ਉਹਦੀ ਕਥਾ ਕਰਿਆ ਕਰਦੇ ਸੀ। ਸਾਰੀ ਗੁਰਬਾਣੀ ਇਸੇ ਤਰ੍ਹਾਂ ਅਨੁਭਵ ਦੇ ਵਿੱਚੋਂ ਆਪ ਨੇ ਉਚਾਰਨ ਕੀਤੀ। ਸੋ ਇਹ ਅਥੈਂਟਿਸਿਟੀ ਹੈ। ਪਹਿਲੀ ਬੀੜ ਮਿਲਾ ਲਓ, ਇਹ ਮਿਲਾ ਲਓ, ਇੱਕ ਅੱਖਰ ਦਾ ਫਰਕ ਹੈ। ਕਹੋ ਕਬੀਰ ਹਮ ਪਏ ਖਲਾਸੇ, ਇਹਦੇ ਚਾਹੇ ਕਹੋ ਕਬੀਰ ਹਮ ਪਏ ਖਾਲਸੇ, ਜਾਣ ਕੇ ਫਰਕ ਪਾਇਆ ਗਿਆ ਸੀ। ਸੋ ਗੁਰੂ ਗ੍ਰੰਥ ਸਾਹਿਬ ਇੱਕ ਐਸਾ ਸਾਡੇ ਉੱਪਰ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ ਬਿਲਕੁਲ ਸਹੀ ਬਾਣੀ ਮਿਲ ਗਈ ਤੇ ਇਹਦੇ ਅੰਦਰ ਜੋ ਵੀ ਆਉਂਦਾ ਹੈ ਉਹ ਕੱਲੀ ਕੱਲੀ ਗੱਲ ਦਾ ਸਾਨੂੰ ਵਿਚਾਰ ਕਰਨਾ ਚਾਹੀਦਾ। ਸੋ ਆਪ ਦਾ ਫਰਮਾਨ ਹੈ ਕਿ ਰਾਮ ਰਾਮ ਸਭ ਕੋ ਕਹੇ, ਕਿਹਾ ਰਾਮ ਨਾ ਹੋਏ। ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਸਾਰੇ ਕਰਦੇ ਨੇ ਵੀ, ਪਰ ਹੁੰਦਾ ਤਾਂ ਹੈ ਨਹੀਂ।